ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਸ਼ਮੀਰੀ ਪੰਡਿਤਾਂ ਦੀ ਜਾਨ ਤੇ ਉਹਨਾਂ ਦੀ ਧਾਰਮਿਕ ਸੰਸਕ੍ਰਿਤੀ ਕਿਵੇਂ ਬਚੀ, ਜ਼ਰੂਰ ਸੁਣੋ ਤਾਂ ਕਿ ਧਰਮ ਦੀ ਮੂਰਤ ਪਹਿਚਾਨੀ ਜਾ ਸਕੇ। ਸਾਡੇ ਸਰੀਰ ਦੇ ਹਰ ਇੰਦਰੀ ਦਾ ਭੋਜਨ ਅੱਡ ਅੱਡ ਹੈ। ਜੋ ਖੁਰਾਕ ਮੂੰਹ ਦੇ ਰਾਹੀਂ ਸਰੀਰ ਦੇ ਅੰਦਰ ਜਾਂਦੀ ਹੈ, ਉਹ ਭੋਜਨ ਪਚ ਕੇ ਅੰਦਰ ਖੂਨ ਬਣਦਾ ਹੈ ਤੇ ਖੂਨ ਦੀ ਗਰਦਸ਼ ਹੀ ਜੀਵਨ ਦੀ ਗਰਦਸ਼ ਹੈ। ਪਰ ਜੋ ਅੱਖਾਂ ਦੇ ਰਾਹੀਂ ਅੰਦਰ ਜਾਂਦਾ ਹੈ ਅਤੇ ਕੰਨਾਂ ਤੇ ਨਾਸਕਾਂ ਤੇ ਖਲੜੀ ਦੇ ਰਾਹੀਂ ਜੋ ਅੰਦਰ ਜਾਂਦਾ ਹੈ, ਉਹ ਵੀ ਸਾਡੇ ਖੂਨ ਵਿੱਚ ਰਚਮਿਚ ਹੋ ਜਾਂਦਾ ਹੈ। ਅੱਖ ਜੋ ਵੇਖਦੀ ਹੈ, ਸਾਰੇ ਦ੍ਰਿਸ਼ ਅੰਦਰ ਚਲੇ ਜਾਂਦੇ ਹਨ ਤੇ ਸਹਿਜੇ ਸਹਿਜੇ ਖੂਨ ਦਾ ਹਿੱਸਾ ਬਣਦੇ ਹਨ। ਇਹ ਗੱਲ ਸਪਸ਼ਟ ਹੈ ਕਿ ਜੋ ਸਾਡੇ ਅੰਦਰ ਖੂਨ ਹੈ, ਉਹ ਬਾਹਰ ਦੇ ਪਦਾਰਥ ਅੰਦਰ ਚਲੇ ਜਾਂਦੇ ਹਨ, ਉਹਨਾਂ ਨਾਲ ਹੀ ਬਣਦਾ ਹੈ। ਖੂਨ ਜੈਸਾ ਹੁੰਦਾ ਹੈ, ਮਨੁੱਖ ਦਾ ਸੁਭਾਵ ਵੈਸਾ ਹੁੰਦਾ ਹੈ ਤੇ ਜੈਸਾ ਸੁਭਾਵ ਹੁੰਦਾ ਹੈ ਵੈਸੇ ਹੀ ਕਰਮ ਹੁੰਦੇ ਹਨ ਤੇ ਜੈਸੇ ਮਨੁੱਖ ਦੇ ਕਰਮ ਹੁੰਦੇ ਹਨ, ਉਸ ਦਾ ਪ੍ਰਤੀਕਰਮ ਵੀ ਵੈਸਾ ਹੀ ਹੁੰਦਾ ਹੈ। ਜੇ ਸਰੀਰ ਦੇ ਹਰ ਇੰਦਰੀ ਦਾ ਭੋਜਨ ਠੀਕ ਰੱਖੀਏ ਤੇ ਮਨ ਬੁੱਧੀ ਦਾ ਆਹਾਰ ਠੀਕ ਹੋਵੇ ਤੇ ਕਿਰਦਾਰ ਆਪਣੇ ਆਪ ਠੀਕ ਹੋ ਜਾਂਦਾ ਹੈ ਤੇ ਐਸੇ ਮਹਾਂਪੁਰਖ ਦਾ ਖੂਨ ਅੰਮ੍ਰਿਤ ਹੁੰਦਾ ਹੈ ਤੇ ਜੇ ਲਹੂ ਅੰਮ੍ਰਿਤ ਬਣ ਗਿਆ ਹੈ ਤਾਂ ਜੀਵਨ ਆਪੇ ਹੀ ਅੰਮ੍ਰਿਤ ਹੈ ਤੇ ਅੰਮ੍ਰਿਤ ਜੀਵਨ ਹੀ ਮੁਰਦਾ ਕੌਮ ਨੂੰ ਜੀਵਨ ਦੇ ਸਕਦਾ ਹੈ। ਅਸੀਂ ਵੇਖਦੇ ਹਾਂ, ਜਦ ਕੋਈ ਮਰੀਜ਼ ਕਿਸੇ ਘਟਨਾ ਕਾਰਨ ਆਖਰੀ ਦਮਾਂ 'ਤੇ ਹੁੰਦਾ ਹੈ ਤਾਂ ਡਾਕਟਰ ਕਹਿੰਦੇ ਹਨ ਕਿ ਇਸ ਨੂੰ ਲਹੂ ਦੇਣਾ ਪਵੇਗਾ ਤੇ ਉਸ ਦੇ ਲਹੂ ਨਾਲ ਮਿਲਦਾ ਲਹੂ ਦੇ ਕੇ ਮੁੜ ਦੁਬਾਰਾ ਜ਼ਿੰਦਗੀ ਦਿੱਤੀ ਜਾਂਦੀ ਹੈ। ਭਾਰਤ ਦੀ ਧਾਰਮਿਕ ਜ਼ਿੰਦਗੀ ਆਖਰੀ ਦਮਾਂ 'ਤੇ ਹੋਣ ਕਾਰਨ ਮੁਰਦੇ ਦੀ ਤਰ੍ਹਾਂ ਮੁਰਝਾਈ ਹੋਈ ਸੀ। ਦੇਸ਼ ਦੀ ਧਾਰਮਿਕ ਜ਼ਿੰਦਗੀ ਨੂੰ ਬਚਾਉਣ ਵਾਸਤੇ ਕਿਸੇ ਐਸੇ ਲਹੂ ਦੀ ਲੋੜ ਸੀ ਜਿਸ ਦੇ ਰਾਹੀਂ ਸਮੁੱਚੇ ਦੇਸ਼ ਦੀ ਧਾਰਮਿਕ ਸੰਸਕ੍ਰਿਤੀ ਨੂੰ ਬਚਾਇਆ ਜਾ ਸਕੇ। ਸਾਡੇ ਦੇਸ਼ ਦੀ ਕਸ਼ਮੀਰ ਦੀ ਆਬਾਦੀ ਇੱਕ ਐਸੀ ਰਮਣੀਕ ਤੇ ਸਰਸਬਜ਼ ਹੈ ਕਿ ਵੇਖਣ ਵਾਲੇ ਦਾ ਮਨ ਆਪੇ ਹੀ ਖਿੱਚਿਆ ਜਾਂਦਾ ਹੈ। ਇਸ ਆਬਾਦੀ ਨੂੰ ਵੇਖ ਜਹਾਂਗੀਰ ਦੀ ਮਲਕਾਏ ਨੂਰ ਜਹਾਂ ਨੇ ਕਹਿ ਦਿੱਤਾ ਸੀ ਕਿ ਕਸ਼ਮੀਰ ਜ਼ਮੀਨ ਦੀ ਜੰਨਤ ਹੈ। ਅਗਰ ਫਿਰਦੌਸ ਪਰ ਰੂਏ ਜ਼ਮੀਂ ਅਸਤ ਅਮੀ ਅਸਤੋ ਅਮੀ ਅਸਤੋ ਅਮੀ ਅਸਤ। ਕਸ਼ਮੀਰ ਦੇ ਉੱਚੇ ਪਹਾੜਾਂ ਤੋਂ ਠੰਡੇ ਪਾਣੀ ਦੇ ਅਣਗਿਣਤ ਝਰਨੇ ਵਗਦੇ ਹਨ। ਉੱਥੇ ਕਸ਼ਮੀਰ ਦੇ ਪਹਾੜਾਂ ਦੀਆਂ ਚੋਟੀਆਂ ਦੀ ਤਰ੍ਹਾਂ ਹੀ ਉੱਚੇ ਕਸ਼ਮੀਰੀ ਬ੍ਰਾਹਮਣਾਂ ਦੇ ਦਿਮਾਗ ਸਨ। ਇਹਨਾਂ ਵਿੱਚੋਂ ਅਥਾਹ ਗਿਆਨ ਦੇ ਝਰਨੇ ਨਿਕਲਦੇ ਸਨ। ਜਿਵੇਂ ਕਸ਼ਮੀਰ ਦੇ ਪਹਾੜਾਂ 'ਚੋਂ ਨਿਕਲੇ ਹੋਏ ਝਰਨੇ ਮੈਦਾਨੀ ਇਲਾਕਿਆਂ ਨੂੰ ਤੇ ਸਾਰੇ ਦੇਸ਼ ਨੂੰ ਖੁਸ਼ਹਾਲ ਤੇ ਸਰਸਬਜ਼ ਰੱਖਦੇ ਹਨ, ਤਿਵੇਂ ਹੀ ਬ੍ਰਾਹਮਣਾਂ ਦੇ ਦਿਮਾਗ 'ਚੋਂ ਨਿਕਲਿਆ ਹੋਇਆ ਗਿਆਨ ਸਾਰੇ ਦੇਸ਼ ਵਾਸੀਆਂ ਵਾਸਤੇ ਧਾਰਮਿਕ ਜੀਵਨ ਦੇਣ ਦਾ ਕਾਰਨ ਬਣਦਾ ਸੀ। ਵਕਤ ਦਾ ਹੁਕਮਰਾਨ ਭਾਵੇਂ ਪਹਾੜਾਂ ਦੇ ਝਰਨੇ ਤਾਂ ਨਾ ਬੰਦ ਕਰ ਸਕਿਆ, ਪਰ ਬ੍ਰਾਹਮਣਾਂ ਦੇ ਜ਼ਿਹਨ ਤੋਂ ਠੰਡੇ ਨਿਕਲ ਰਹੇ ਗਿਆਨ ਦੇ ਸੋਮਿਆਂ ਨੂੰ ਬੰਦ ਕਰਨ ਵਿੱਚ ਕੁਝ ਕਾਮਯਾਬੀ ਹਾਸਲ ਕਰ ਲਈ। ਇਹਨਾਂ ਕੁਝ ਸੋਮਿਆਂ ਦੇ ਬੰਦ ਹੋਣ ਨਾਲ ਬਾਕੀ ਦੇਸ਼ ਵਾਸੀਆਂ ਦੀ ਧਾਰਮਿਕ ਜ਼ਿੰਦਗੀ ਵਿੱਚ ਖੁਸ਼ਕੀ ਆਉਣ ਲੱਗੀ ਤੇ ਸਮੁੱਚੇ ਦੇਸ਼ ਵਿੱਚ ਇੱਕ ਹਲਚਲ ਜਿਹੀ ਮਚ ਗਈ। ਕਸ਼ਮੀਰ ਦੇ ਬਚੇ ਹੋਏ ਚੰਦ ਬ੍ਰਾਹਮਣ ਪਰੇਸ਼ਾਨੀ ਦੀ ਹਾਲਤ ਵਿੱਚ ਮਦਦਗਾਰ ਦੀ ਟੋਲ ਵਿੱਚ ਸਨ, ਜੋ ਇਹਨਾਂ ਦੇ ਦਿਮਾਗ ਵਿੱਚ ਨਿਕਲ ਰਹੀ ਗਿਆਨ ਦੀ ਗੰਗਾ ਸਮੁੱਚੇ ਦੇਸ਼ ਤੱਕ ਪਹੁੰਚਾਉਣ ਵਾਸਤੇ ਸਹਾਇਕ ਹੋ ਸਕੇ। ਸਮੁੱਚੇ ਦੇਸ਼ ਅੰਦਰ ਇੱਕ ਹੀ ਐਸੀ ਵੈਰਾਗ ਤੇ ਤਿਆਗ ਦੀ ਮੂਰਤੀ ਸੀ ਜਿਸ ਦਾ ਲਹੂ ਅੰਮ੍ਰਿਤ ਦੀ ਤਰ੍ਹਾਂ ਪਾਵਨ ਤੇ ਪਵਿੱਤਰ ਸੀ। ਉਹ ਸਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਭਾਵੇਂ ਦੇਸ਼ ਵਿੱਚ ਸਾਧੂ ਸੰਤਾਂ ਤੇ ਸੰਨਿਆਸੀਆਂ ਦੀਆਂ ਘਾਟ ਨਹੀਂ ਸੀ, ਪਰ ਜ਼ੁਲਮ ਦੇ ਚੱਲ ਰਹੇ ਤੂਫਾਨ ਦੇ ਸਾਹਮਣੇ ਇਹ ਤਿਨਕਿਆਂ ਦੀ ਤਰ੍ਹਾਂ ਸਨ। ਇੱਕ ਮਜ਼ਬੂਤ ਆਹਨੀ ਚੱਟਾਨ ਦੀ ਲੋੜ ਸੀ ਜੋ ਜ਼ੁਲਮ ਦੀ ਚੱਲ ਰਹੀ ਇਸ ਤੂਫਾਨੀ ਰੋਹ ਨੂੰ ਰੋਕ ਪਾ ਸਕੇ। ਚੱਟਾਨ ਦੀ ਤਰ੍ਹਾਂ ਮਜ਼ਬੂਤ ਹਿਰਦਾ ਰੱਖਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ ਜਦ ਕਸ਼ਮੀਰ ਦੇ ਠੰਡੇ ਪਹਾੜਾਂ ਦੇ ਠੰਡੇ ਦਿਮਾਗ ਰੱਖਣ ਵਾਲੇ ਬ੍ਰਾਹਮਣਾਂ ਨੇ ਹੌਕਿਆਂ ਦੇ ਨਾਲ ਆਪਣੀ ਬਿਪਤਾ ਦੀ ਦਾਸਤਾਨ ਸੁਣਾਈ ਤਾਂ ਸਾਹਿਬ ਸੋਚਾਂ ਦੇ ਡੂੰਘੇ ਸਾਗਰ ਵਿੱਚ ਲੀਨ ਹੋ ਗਏ। ਸੋਚ ਸਾਗਰ ਤੋਂ ਬਾਹਰ ਆਉਂਦਿਆਂ ਸਤਿਗੁਰੂ ਨੇ ਫਰਮਾਇਆ ਕਿ ਕੋਈ ਮਹਾਬਲੀ ਤੇ ਪਾਵਨ ਪਵਿੱਤਰ ਮੂਰਤੀ ਆਪਣਾ ਪਵਿੱਤਰ ਹੋਇਆ ਖੂਨ ਦੇਣ ਨੂੰ ਤਿਆਰ ਹੋ ਜਾਵੇ ਤਾਂ ਦੇਸ਼ ਦਾ ਧਾਰਮਿਕ ਜੀਵਨ ਬਚਾਇਆ ਜਾ ਸਕਦਾ ਹੈ। ਇਹ ਇੱਕ ਆਮ ਸੱਚਾਈ ਹੈ ਕਿ ਕਿਸੇ ਨੂੰ ਪਾਣੀ ਵਿੱਚ ਤਰਨ ਦੀ ਜਾਚ ਸਿਖਾਉਣੀ ਹੋਵੇ ਤਾਂ ਪਹਿਲੇ ਆਪ ਤਰਨਾ ਪੈਂਦਾ ਹੈ
ਤੇ ਜੇ ਕਿਸੇ ਨੂੰ ਮਰਨ ਦੀ ਜਾਚ ਸਿਖਾਣੀ ਹੋਵੇ ਤਾਂ ਲਾਜ਼ਮੀ ਆਪ ਮਰਨਾ ਪੈਂਦਾ ਹੈ। ਦੇਸ਼ ਨੂੰ ਤੈਰਨ ਦੀ ਜਾਚ ਸਿਖਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਤੈਰਨ ਲਈ ਚੱਲ ਪਏ। ਅਨੰਦਪੁਰ ਸਾਹਿਬ ਤੋਂ ਦਿੱਲੀ ਤੱਕ ਆਉਂਦਿਆਂ ਰਸਤੇ ਵਿੱਚ ਆਪ ਧਾਰਮਿਕ ਉਪਦੇਸ਼ ਰਾਹੀਂ ਜੀਵਨ ਤੇ ਮਰਨ ਦੀ ਜਾਚ ਸਿਖਾਉਂਦੇ ਰਹੇ। ਅੱਜ ਉਹ ਦਿਨ ਆ ਗਿਆ ਜਿਸ ਦਿਨ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਉਹ ਸਰੀਰ ਦਾ ਘੜਾ ਜੋ ਅੰਮ੍ਰਿਤ ਨਾਲ ਭਰਿਆ ਹੋਇਆ ਸੀ, ਦਿੱਲੀ ਨਰੇਸ਼ ਦੇ ਸਿਰ ਤੇ ਬੰਨ੍ਹ ਕੇ ਪਵਿੱਤਰ ਖੂਨ ਡੋਲ ਦਿੱਤਾ। ਜਿੱਥੇ ਖੂਨ ਡੁੱਲਿਆ ਉੱਥੇ ਗੁਰਦੁਆਰਾ ਸ਼ੀਸ਼ ਗੰਜ ਬਣਿਆ ਤੇ ਨਾਲੇ ਦੇਸ਼ ਦੇ ਮੰਦਿਰਾਂ ਦੇ ਕਲਸ਼ ਟੁੱਟਣ ਤੋਂ ਬਚ ਗਏ। ਸਵਾਸਾਂ ਦੀ ਚੱਲ ਰਹੀ ਧਾਰਾ ਨੂੰ ਤੋੜ ਕੇ ਗੁਰੂ ਜੀ ਨੇ ਸੂਤ ਧਾਰਾ ਯਾਨੀ ਜਨੇਊ ਬਚਾਇਆ ਤੇ ਆਪ ਸਮੁੱਚੇ ਧਰਮ ਦੇ ਮਸਤਕ ਦਾ ਟਿੱਕਾ ਬਣਿਆ। ਤਿਲਕ ਜਨੇਊ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮਹਿ ਸਾਕਾ। ਇਹ ਮਹਾਨ ਸਾਕੇ ਨਾਲ ਦੇਸ਼ ਦੀ ਮਹਾਨ ਧਾਰਮਿਕ ਸੰਸਕ੍ਰਿਤੀ ਨੂੰ ਗੁਰੂ ਜੀ ਨੇ ਬਚਾਇਆ। ਇਹ ਡੁੱਲਿਆ ਹੋਇਆ ਖੂਨ ਹਮੇਸ਼ਾ ਲਈ ਦੇਸ਼ ਦਾ ਜੀਵਨ ਬਣੇਗਾ ਤੇ ਦੇਸ਼ਵਾਸੀ ਇਸ ਡੁੱਲੇ ਹੋਏ ਖੂਨ ਤੋਂ ਧਾਰਮਿਕ ਜੀਵਨ ਦੀ ਉਸਾਰੀ ਦੀ ਜਾਂਚ ਸਿੱਖਦੇ ਰਹਿਣਗੇ। ਉਂਝ ਤਾਂ ਪਵਿੱਤਰ ਖੂਨ ਦੀ ਇੱਕ ਬੂੰਦ ਹੀ ਕਾਫੀ ਹੈ, ਪਰ ਜਿਸ ਥਾਂ ਤੇ ਸਾਰਾ ਖੂਨ ਡੁੱਲ ਜਾਏ ਉੱਥੇ ਦੇਸ਼ ਦੀ ਧਾਰਮਿਕ ਜ਼ਿੰਦਗੀ ਨੂੰ ਕੋਈ ਖਤਰਾ ਨਹੀਂ ਹੋ ਸਕਦਾ। ਇੱਕ ਆਲਮ ਦਾ ਖਿਆਲ ਹੈ ਕਿ ਬੂੰਦ ਅਗਰ ਚਾਹੇ ਤਾਂ ਸਾਗਰ ਬਣ ਸਕਦੀ ਹੈ। ਇੱਕ ਫੂਲ ਨੂੰ ਜੇ ਆਪਣੇ ਗੁਣਾਂ ਦੀ ਮਹਿਕ ਨੂੰ ਲੁਟਾਉਣ ਦੀ ਜਾਚ ਆ ਜਾਏ ਤਾਂ ਸਮੁੱਚਾ ਗੁਲਸਤਾਨ ਬਣ ਸਕਦਾ ਹੈ। ਇੱਕ ਚਿੰਗਾਰੀ ਜਵਾਲਾਮੁਖੀ ਬਣ ਸਕਦੀ ਹੈ। ਹੂਬਹੂ ਇਸੇ ਤਰ੍ਹਾਂ ਪਵਿੱਤਰ ਖੂਨ ਦੀ ਇੱਕ ਬੂੰਦ ਵਿੱਚ ਜੇ ਕਿਧਰੇ ਉਛਾਲ ਆ ਜਾਏ ਤਾਂ ਉਹ ਸਮੁੱਚੇ ਦੇਸ਼ ਦੇ ਧਾਰਮਿਕ ਸਾਹਿਤ ਦਾ ਅਨੁਵਾਨ ਸਿਰਲੇਖ ਬਣ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਸਮੁੱਚੇ ਦੇਸ਼ ਦੇ ਧਾਰਮਿਕ ਸਾਹਿਤ ਦਾ ਅਨੁਵਾਨ ਹੈ ਔਰ ਉਹਨਾਂ ਦੇ ਤਿਆਗ ਲਈ ਤਾਂ ਉਹਨਾਂ ਨੂੰ ਧਰਮ ਦੀ ਚਾਦਰ ਵੀ ਆਖਿਆ ਜਾਂਦਾ ਹੈ। ਵੈਰਾਗ ਤੇ ਕੁਰਬਾਨੀ ਨੂੰ ਵੇਖ ਕੇ ਧਰਮ ਦੀ ਮੂਰਤ ਪਹਿਚਾਣੀ ਜਾ ਸਕਦੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।